पहला, गौ ब्राह्मण को कर लावो, गोबर तरन न जाई, तोती टिका तै जप माली, तान मलेच्छां खाई, अंतर पूजा पढ़े कतेबां, संयम तुरकां भाई, छोड़ी ले पाखंडा, नाम ले जाहे तरंदा। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नवाजी साध संगत जीओ, आप जी ने 16 नंबर श्लोक आसा की वार का पाठ श्रवण किया है। ये ठीक है कि श्लोक 4 पंक्तियां ते आधारित है। अखरी अर्थ करने कोई बहुत औखे नहीं है, पर जिस समय जिस स्थान ते जिस संबंध विच ये वचन कहे गए ने, उन्हां दा पिछोकड़ समझना, जानना, दसना जरूरी। संप्रदायी ज्ञानियां विच ये विशेषता है कि उन्होंने यत्न किया है कि हर बाणी दे शब्द नूं लोकां तक समझाउण लई वो शब्द की उथानका भी लभी है, और ये है बड़ी जरूरी। पर प्रिंसीपल साहिब सिंह जी ने अखरी अर्थ कीते हन, व्याकरण की कसवटी ते परख के कीते हन। ये भी पक्ष बड़ा जरूरी, इसलिए सानू दोहां दा मिश्रण करके संगत नाल विचार सांझी करनी पैंदी। तो ये श्लोक कदों किथे महाराज ने उच्चारण किया, किस प्रथाए किया? कहते हैं सुल्तानपुर लोधी के नेड़े जिहड़ा वेई नदी उत्ते एक पुल बनया होया, जिहड़ा बहलोल लोधी ने बनाया सी, और अजकल वो पुल टुट गया। उस पुल दे उत्तों लंघण वाले हर यात्रु कोलों टैक्स लिया जाता सी, और उत्थे टैक्स लैण वाला एक हिंदू खतरी जिसकी ड्यूटी लाई हुई सी। जो भी उस समय के मुताबिक टका सी या आना सी, टैक्स लाया होया सी। कहते ने कि उधरों परले पास्यों, दरिया दे परले पास्यों दुआबे वालों कोई ब्राह्मण किसी वालों कीती हुई दान गऊ लेके आया, ते जदों पुल पार किया या पुल पार करन लगा, ते उस खतरी मसूड़िए ने उन्होंने रोक के कहा, भाई अपना भी टैक्स दे, अपनी गऊ का भी टैक्स दे। उन्हें बड़ी तरला मिन्नत करदियां कहा, मैं गरीब ब्राह्मण हाँ, मेरे को कुछ नहीं है, और ये गऊ मैनू किसी ने दान की है, ते तू हिंदू खतरी है, तेरा धर्म बनता है कि तू ब्राह्मण की सहायता करे, इसलिए तू कृपा कर गऊ अते मैनू टैक्स तो मुक्त करके लंघा दे। उन्हें कहा बिल्कुल नहीं, ऐसा नहीं हो सकता।
ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਕਿਉਂਕਿ ਸੁਲਤਾਨਪੁਰ ਵਿੱਚ ਹੀ ਰਹਿੰਦੇ। ਇਹ ਘਟਨਾ, ਇਹ ਏਰੀਆ ਪਹਿਲਾਂ ਤਾਂ ਸਾਨੂੰ ਨਹੀਂ ਪਤਾ ਸੀ, ਪਰ ਹੁਣ ਜਦੋਂ ਟੀਕਾਕਾਰਾਂ ਦਾ ਵਿਚਾਰ ਪੜ੍ਹਿਆ ਪਤਾ ਲੱਗਾ ਵੀ ਇਹ ਘਟਨਾ ਸੁਲਤਾਨਪੁਰ ਦੇ ਨੇੜੇ ਵਈ ਨਦੀ ਦੇ ਪੁਲ ਤੇ ਹੋਈ। ਉਧਰੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਘੁੰਮਦੇ ਫਿਰਦੇ ਉੱਥੇ ਆਏ। ਉਹਨਾਂ ਨੇ ਇਹ ਸਾਰਾ ਸੀਨ ਦੇਖਿਆ। ਚਲੋ ਕਹਿੰਦੇ ਨੇ ਕੋਈ ਹੋਰ ਹਿੰਦੂ ਆਇਆ ਜਿਸ ਨੇ ਤਰਸ ਖਾ ਕੇ ਉਸ ਗਊ ਤੇ ਬ੍ਰਾਹਮਣ ਦਾ ਟੈਕਸ ਤਾਰ ਦਿੱਤਾ। ਇਸ ਘਟਨਾ ਦੇ ਦੌਰਾਨ ਉਸ ਗਊ ਨੇ ਗੋਬਰ ਕਰ ਦਿੱਤਾ ਤੇ ਉਸ ਖੱਤਰੀ ਨੇ ਦੌੜ ਕੇ ਉਹ ਗੋਬਰ ਚੁੱਕ ਲਿਆ ਤੇ ਉਹ ਗੋਬਰ ਨੂੰ ਲੈ ਕੇ ਉਸਨੇ ਆਪਣਾ ਚੌਕਾ ਸੁੱਚਾ ਕੀਤਾ ਅਤੇ ਆਪਣੇ ਠਾਕੁਰਾਂ ਦੀ ਪੂਜਾ ਕੀਤੀ। ਇਹ ਸਾਰਾ ਸੀਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਨੇਤਰਾਂ ਨਾਲ ਤੱਕਿਆ, ਕਿਉਂਕਿ ਉਹ ਜਗਤ ਦਾ ਉਧਾਰ ਕਰਨ ਆਏ ਸਨ। ਉਹ ਇਹੋ ਜਿਹੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਤਰੁੱਟੀਆਂ ਬਾਰੇ ਭਲੀ ਭਾਂਤ ਜਾਣਦੇ ਵੀ ਸਨ ਤੇ ਸੱਚ ਸੁਣਾਏ ਸੀ। ਸੱਚ ਕੀ ਬੇਲਾ, ਸੱਚ ਦੀ ਗੱਲ ਵੀ ਕਰਦੇ ਸਨ। ਉਸ ਹਿੰਦੂ ਖੱਤਰੀ ਨੂੰ ਸੰਬੋਧਨ ਕਰਕੇ ਪਾਤਸ਼ਾਹ ਨੇ ਬਚਨ ਕਿਹਾ, ਹੇ ਭਾਈ ਮੇਰੀ ਗੱਲ ਸੁਣ, ਗਊ ਬ੍ਰਾਹਮਣ ਕੋ ਕਰ ਲਾਵੋ। ਕਰ ਦੇ ਰਾਰੇ ਨੂੰ ਔਂਕੜ ਹੈ, ਜਿਹਦਾ ਅਰਥ ਹੈ ਟੈਕਸ। ਕਰ ਹੱਥ ਨੂੰ ਵੀ ਕਹਿੰਦੇ। ਜੇ ਇੱਕ ਹੱਥ ਹੋਵੇ ਤੇ ਇੱਕ ਕਰ ਔਂਕੜ ਲੱਗ ਜਾਂਦਾ। ਜੇ ਔਂਕੜ ਹਟ ਜਾਏ ਤੇ ਦੋ ਹੱਥਾਂ ਦੀ ਗੱਲ ਹੋ ਜਾਏ। ਇੱਥੇ ਹੁਣ ਕਰ ਦਾ ਅਰਥ ਟੈਕਸ ਹੈ। ਹੇ ਖੱਤਰੀ, ਗਊ ਬ੍ਰਾਹਮਣ ਕੋ ਕਰ ਲਾਵੋ। ਗਊ ਨੂੰ ਤੇ ਉਸ ਗਰੀਬ ਬ੍ਰਾਹਮਣ ਨੂੰ ਤੇ ਤੂੰ ਟੈਕਸ ਲਾ ਰਿਹਾ। ਤੂੰ ਕਹਿੰਦਾ ਮੈਂ ਮਸੂਲ ਦਿੱਤੇ ਬਿਨਾਂ ਤੁਹਾਨੂੰ ਲੰਘਣ ਨਹੀਂ ਦੇਣਾ। ਗੋਬਰ ਤਰਨ ਨ ਜਾਈ। ਹੁਣ ਇੱਥੇ ਗੋਬਰ ਦੇ ਰਾਰੇ ਨੂੰ ਸਿਆਰੀ ਹੈ ਤੇ ਇਸ ਗਊ ਦੇ ਗੋਬਰ ਨੂੰ ਤੂੰ ਬੜਾ ਪਵਿੱਤਰ ਸਮਝ ਰਿਹਾ। ਇਹਦੇ ਨਾਲ ਤੂੰ ਆਪਣਾ ਚੌਕਾ ਸੁੱਚਾ ਕਰਨੀ ਪੋਚਾ ਦਿੱਤਾ ਹੈ। ਇਹ ਦੱਸ ਕਿ ਇਸ ਪਖੰਡ ਕਰਮ ਕਰਨ ਦੇ ਨਾਲ ਤੇਰਾ ਕਿਵੇਂ ਭਲਾ ਹੋਵੇਗਾ। ਇਸ ਗੋਬਰ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਨਹੀਂ ਤਰ ਸਕੇਗਾ। ਹੁਣ ਇੱਕੋ ਹੀ ਪੰਕਤੀ ਦੇਖੋ ਸਾਨੂੰ ਕਿਤਨੀ ਵੱਡੀ ਸਿੱਖਿਆ ਦੇ। ਗਊ ਬ੍ਰਾਹਮਣ ਕੋ ਕਰ ਲਾਓ, ਗੋਬਰ ਤਰਨ ਨ ਜਾਈ। ਜਿਸ ਬ੍ਰਾਹਮਣ ਤੇ ਗਊ ਤੇ ਤੂੰ ਟੈਕਸ ਲਾ ਰਿਹਾ ਤੇ ਉਸ ਬ੍ਰਾਹਮਣ ਦੀ ਗਊ ਦੇ ਗੋਬਰ ਨਾਲ ਤੂੰ ਇਹ ਭੁਲੇਖਾ ਪਾਲ ਰਿਹਾ ਕਿ ਮੈਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਤੂੰ ਧੋਤੀ ਵੀ ਬੱਧੀ ਹੋਈ ਹੈ, ਤੂੰ ਮੱਥੇ ਤੇ ਟਿੱਕਾ ਵੀ ਲਾਇਆ ਹੋਇਆ, ਤੂੰ ਗਲ ਵਿੱਚ ਮਾਲਾ ਵੀ ਪਾਈ ਹੋਈ, ਪਰ ਧਾਨ ਤੂੰ ਉਹਨਾਂ ਦਾ ਖਾਂਦਾ ਹੈ ਜਿਨ੍ਹਾਂ ਨੂੰ ਤੂੰ ਮਲੇਛ ਕਹਿੰਦਾ। ਅਸਲ ਵਿੱਚ ਹਿੰਦੂ ਲੋਕ ਮੁਸਲਮਾਨਾਂ ਨੂੰ ਗਊ ਦਾ ਮਾਸ ਖਾਣ ਕਰਕੇ ਵੀ ਮਲੇਛ ਕਹਿੰਦੇ ਤੇ ਉਹਨਾਂ ਦੀ ਮੈਲੀ ਇੱਛਾ ਕਰਕੇ ਵੀ ਉਹਨਾਂ ਨੂੰ ਮਲੇਛ ਕਹਿੰਦੇ ਹਨ, ਕਿਉਂਕਿ ਇਹਨਾਂ ਦੇ ਧਰਮ ਗ੍ਰੰਥਾਂ ਵਿੱਚ ਐਸਾ ਲਿਖਿਆ ਕਿ ਉਹ ਇਹਨਾਂ ਨੂੰ ਯਮਨ ਕਹਿੰਦੇ ਹਨ। ਇਹਨਾਂ ਨੂੰ ਬੜੇ ਨਫ਼ਰਤ ਭਰੇ ਸ਼ਬਦਾਂ ਵਿੱਚ
ਇਹਨਾਂ ਦੀ ਬੋਲੀ ਤੋਂ ਨਫ਼ਰਤ, ਇਹਨਾਂ ਦੇ ਪਹਿਰਾਵੇ ਤੋਂ ਨਫ਼ਰਤ, ਇਹਨਾਂ ਦੀ ਹਰ ਚੀਜ਼ ਤੋਂ ਨਫ਼ਰਤ। ਪਰ ਜਿਨ੍ਹਾਂ ਤੋਂ ਤੁਸੀਂ ਗੱਲੀ ਬਾਤੀ ਨਫ਼ਰਤ ਕਰਦੇ ਹੋ, ਪਰ ਧਾਨ ਉਹਨਾਂ ਦਾ ਦਿੱਤਾ ਖਾਂਦੇ ਹੋ, ਨੌਕਰੀ ਕਰਦੇ ਹੋ, ਅਤੇ ਨੌਕਰੀ ਦੇ ਬਦਲੇ ਜੋ ਤਨਖਾਹ ਮਿਲਦੀ ਹੈ ਉਹ ਤੁਸੀਂ ਇਹਨਾਂ ਮਲੇਛਾਂ ਕੋਲੋਂ ਲੈ ਕੇ ਖਾਂਦੇ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜ੍ਹੈ ਕਤੇਬਾਂ, ਸੰਜਮ ਤੁਰਕਾਂ ਭਾਈ। ਦੇਖੋ, ਬੜੀਆਂ ਡੂੰਘੀਆਂ ਗੱਲਾਂ ਹਨ ਜਿਨ੍ਹਾਂ ਨੂੰ ਸਮਾਂ ਬੀਤਣ ਨਾਲ ਲੋਕ ਭੁੱਲ ਜਾਂਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਰਸਨਾ ਦੁਆਰਾ ਇਹਨਾਂ ਨੂੰ ਸਦੀਵੀ ਰੂਪ ਦੇ ਦਿੱਤਾ, ਅਤੇ ਉਸ ਸਮੇਂ ਦੀ ਹਿੰਦੂ ਮਤ ਦੀ ਨਿਗਰੀ ਹੋਈ ਹਾਲਤ ਦਾ ਵਰਣਨ ਕੀਤਾ, ਅਤੇ ਜੋ ਪਖੰਡ ਹੈ ਉਹਦਾ ਵੀ ਪਰਦਾ ਜ਼ਾਹਰ ਕੀਤਾ। ਆਖਿਆ ਅੰਤਰ ਪੂਜਾ ਬੜੈ ਕਤੇਬਾਂ। ਹੁਣ ਇਹ ਬੜੀ ਡੂੰਘੀ ਗੱਲ ਹੈ, ਇਹਨੂੰ ਵਿਚਾਰੇ ਤੋਂ ਬਿਨਾਂ, ਰਿੜਕੇ ਤੋਂ ਬਿਨਾਂ ਸਮਝ ਨਹੀਂ ਆਉਂਦੀ। ਅੰਤਰ ਪੂਜਾ ਦਾ ਕੀ ਮਤਲਬ? ਅੰਦਰ ਵੜ ਕੇ ਲੁਕ ਲੁਕ ਕੇ ਤੁਸੀਂ ਪੂਜਾ ਕਰਦੇ ਹੋ, ਆਪਣੇ ਠਾਕੁਰਾਂ ਦੀ ਪੂਜਾ ਕਰਦੇ ਹੋ, ਮੰਤਰ ਆਦਿਕ ਪੜ੍ਹਦੇ ਹੋ। ਪਰ ਪੜ੍ਹੈ ਕਤੇਬਾਂ ਦਾ ਮਤਲਬ ਹੈ ਬਾਹਰ ਆਪਣੇ ਹਾਕਮਾਂ ਨੂੰ, ਆਪਣੇ ਆਕਿਆਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਉਹਨਾਂ ਦੇ ਮਤ ਦੀਆਂ ਜੋ ਕਤੇਬਾਂ ਹਨ, ਇਸਲਾਮੀ ਮਤ, ਉਹਨਾਂ ਨੂੰ ਪੜ੍ਹਦੇ ਹੋ। ਸਿਰਫ ਇੱਕੋ ਹੀ ਭਾਵਨਾ ਹੈ ਕਿ ਸਾਡੇ ਮਾਲਕ ਖੁਸ਼ ਰਹਿਣ, ਕਿਧਰੇ ਸਾਡੀ ਪੂਜਾ ਕਰਨ 'ਤੇ ਨਾਰਾਜ਼ ਨਾ ਹੋ ਜਾਣ। ਇਹ ਉਸ ਸਮੇਂ ਦੀ ਹਿੰਦੂ ਧਰਮ ਦੀ ਨਿਗਰੀ ਹੋਈ ਦਸ਼ਾ ਹੈ। ਤੋ ਇਸ ਰਾਜਸੀ ਜਬਰ ਕਰਕੇ ਇਹ ਲੋਕਾਂ ਦੀ ਹਾਲਤ ਬਣ ਚੁੱਕੀ ਸੀ ਕਿ ਅੰਤਰ ਪੂਜਾ ਪੜ੍ਹੈ ਕਤੇਬਾਂ, ਸੰਜਮ ਤੁਰਕਾਂ ਭਾਈ। ਲੁਕ ਲੁਕ ਕੇ ਲੋਕ ਪੂਜਾ ਕਰਦੇ ਸਨ, ਲੁਕ ਲੁਕ ਕੇ ਆਪਣੇ ਕਰਮ ਕਾਂਡ ਕਰਦੇ ਸਨ, ਪਰ ਬਾਹਰਮੁਖੀ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਧਰਮ ਪੁਸਤਕਾਂ ਪੜ੍ਹਦੇ ਸਨ, ਅਤੇ ਸਾਰੀ ਰਹਿਤ ਬਹਿਤ ਜਿਹੜੀ ਸੀ ਉਹ ਤੁਰਕਾਂ ਵਾਲੀ ਰੱਖੀ ਹੋਈ ਸੀ। ਇੰਨੇ ਬਚਨ ਸੁਣ ਕੇ ਖੱਤਰੀ ਦੀਆਂ ਅੱਖਾਂ ਖੁੱਲ੍ਹੀਆਂ, ਉਹਨੂੰ ਅਹਿਸਾਸ ਹੋਇਆ ਅਤੇ ਚਰਨਾਂ 'ਤੇ ਟਹਿ ਪਿਆ। ਮਹਾਰਾਜ, ਮੈਨੂੰ ਦੱਸੋ ਮੈਂ ਕੀ ਕਰਾਂ, ਮੈਨੂੰ ਮਾਰਗਦਰਸ਼ਨ ਕਰੋ, ਮੈਨੂੰ ਉਪਦੇਸ਼ ਕਰੋ। ਗਰੀਬ ਨਵਾਜ਼ ਨੇ ਜੋ ਬਚਨ ਕਹੇ, ਛੋਡੀ ਲੈ ਪਾਖੰਡਾ, ਇਹ ਪਖੰਡ ਕਰਨਾ ਛੱਡ ਦੇ, ਇਹ ਦਿਖਾਵਾ ਕਰਨਾ ਛੱਡ ਦੇ। ਜਦੋਂ ਤੀਕਰ ਤੂੰ ਇਹ ਪਖੰਡ ਨਹੀਂ ਛੱਡੇਂਗਾ, ਖਿਮਾ ਕਰਨਾ। ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਮੰਨਣ ਵਾਲੇ ਤਥਾ ਇਹ ਦੱਸਣ ਵਾਲੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਕੈਸੇ ਕੈਸੇ ਪਖੰਡ ਕਰ ਰਹੇ ਹਨ। ਇਹ ਠੀਕ ਹੈ ਜੇ ਉਹਨਾਂ ਦਾ ਪਰਦਾ ਫਾਸ਼ ਕਰੋ, ਜੇ ਉਹਨਾਂ 'ਤੇ ਚਰਚਾ ਵਿਚਾਰ ਕਰੋ, ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ, ਉਹਨਾਂ ਨੂੰ ਬੁਰਾ ਲੱਗਦਾ, ਪਰ ਹੈ ਤੇ ਗੱਲ ਦੇਖਣ ਯੋਗ, ਮੰਨਣ ਯੋਗ। ਜਿਨ੍ਹਾਂ ਗੱਲਾਂ ਤੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ, ਜੇ ਉਹ ਗੱਲਾਂ ਅਸੀਂ ਕਰਾਂਗੇ ਜਾਂ ਸਾਡੇ ਧਰਮ ਸਥਾਨਾਂ 'ਤੇ ਹੋਣਗੀਆਂ, ਅਤੇ ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਜਾਂ ਪਖੰਡੀ ਹਾਂ। ਮੈਨੂੰ ਇੱਕ ਘਟਨਾ ਯਾਦ ਹੈ। ਪਿਪਲੀ ਦੇ ਨੇੜੇ ਇੱਕ ਪਿੰਡ ਹੈ ਸਮਾਣੀ,
ਉੱਥੇ ਦਾ ਇੱਕ ਜਾਟ ਜਿਹੜਾ ਫੌਜ ਵਿੱਚ ਭਰਤੀ ਸੀ, ਕਿਸੇ ਚੰਗੇ ਗੁਰਸਿੱਖ ਦੀ ਸੰਗਤ ਕਰਕੇ ਉਹਨੂੰ ਸਿੱਖੀ ਨਾਲ ਪਿਆਰ ਹੋ ਗਿਆ। ਉਹਨੇ ਸਿੱਖੀ ਧਾਰਨ ਕਰ ਲਈ, ਅੰਮ੍ਰਿਤ ਪਾਨ ਕਰ ਲਿਆ। ਤੇ ਸਾਡੇ ਨਗਰ ਸ਼ਾਹਬਾਦ ਵਿੱਚ ਇੱਕ ਮਾਰਕੰਡਾ ਨੈਸ਼ਨਲ ਕਾਲਜ ਹੈ। ਫੌਜ ਵਿੱਚੋਂ ਰਿਟਾਇਰ ਹੋ ਕੇ ਜਾਂ ਰਿਜ਼ਰਵ ਆ ਕੇ ਉਹ ਉੱਥੇ ਇੰਸਟ੍ਰਕਟਰ ਲੱਗੇ, ਜਿਹੜੇ PTI ਕਰਾਉਂਦੇ। ਤੇ ਉੱਥੇ ਇੱਕ ਸਿੱਖ ਪ੍ਰੋਫੈਸਰ ਸਨ, ਹਰਜੀਤ ਸਿੰਘ। ਉਹਨਾਂ ਨੂੰ ਕਹਿਣ ਲੱਗਾ ਵੀ ਮੈਂ ਨਵਾਂ ਸਿੱਖ ਬਣਿਆ, ਮੈਨੂੰ ਸਿੱਖੀ ਸਿਧਾਂਤਾਂ ਤੇ ਅਸੂਲਾਂ ਬਾਰੇ ਬਹੁਤਾ ਪਤਾ ਨਹੀਂ, ਮੈਨੂੰ ਦੱਸੋ ਵੀ ਇੱਥੇ ਨੌਕਰੀ ਕਰਦਿਆਂ ਮੈਂ ਸਿੱਖੀ ਬਾਰੇ ਕੁਝ ਜਾਣਨਾ ਚਾਹੁੰਦਾ। ਪ੍ਰੋਫੈਸਰ ਹਰਜੀਤ ਸਿੰਘ ਜੀ ਨੇ ਉਹਨੂੰ ਮੇਰਾ ਨਾਮ, ਟਿਕਾਣਾ, ਅਸਥਾਨ ਦੱਸਤਾ, ਬਲਕਿ ਉਹਨੂੰ ਨਾਲ ਲੈ ਕੇ ਮੈਨੂੰ ਮਿਲੇ ਤੇ ਸਾਰੀ ਗੱਲ ਦੱਸੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਦੋਵੇਂ ਟਾਈਮ ਗੁਰੂ ਘਰ ਵਿੱਚ ਆਇਆ ਕਰੋ, ਗੁਰਬਾਣੀ ਦੀ ਕਥਾ ਹੁੰਦੀ ਹੈ, ਇਤਿਹਾਸ ਦੀ ਕਥਾ ਹੁੰਦੀ ਹੈ, ਤੁਹਾਨੂੰ ਬਹੁਤ ਕੁਝ ਮਿਲੇਗਾ। ਫਿਰ ਵੀ ਜੇ ਤੁਹਾਨੂੰ ਕੋਈ ਕਸਰ ਮਸਰ ਰਹੇ ਤੇ ਮੈਨੂੰ ਪੁੱਛ ਲਿਆ ਕਰੋ। ਖੈਰ ਉਹਦਾ ਬੜਾ ਪ੍ਰੇਮ ਬਣ ਗਿਆ। ਗੁਰੂ ਨੇ ਐਸੀ ਕਿਰਪਾ ਕੀਤੀ ਕਿ ਉਸ ਨੂੰ ਅਖੀਰਲੀ ਉਮਰ ਵਿੱਚ, ਪਹਿਲਾਂ ਉਹਦੇ ਕੋਲ ਲੜਕੀਆਂ ਸਨ, ਫਿਰ ਲੜਕਾ ਹੋ ਗਿਆ। ਉਹਦਾ ਹੋਰ ਵਿਸ਼ਵਾਸ ਪੱਕਾ ਹੋ ਗਿਆ। ਉਹਨੇ ਇਸ ਖੁਸ਼ੀ ਵਿੱਚ ਅਖੰਡ ਪਾਠ ਰਖਾਇਆ। ਉਹਦੀ ਬਰਾਦਰੀ ਤੇ ਸਾਰੀ ਜਾਟਾਂ ਦੀ ਸੀ। ਮੇਰੇ ਖਿਆਲ 'ਚ ਉਹਨਾਂ ਦਿਨਾਂ ਵਿੱਚ ਉਸ ਨਗਰ ਸਮਾਣੀ ਵਿੱਚ ਉਹਦੇ ਤੋਂ ਬਿਨਾਂ ਹੋਰ ਕੋਈ ਸਿੱਖ ਪਰਿਵਾਰ ਨਹੀਂ ਸੀ। ਉਹਨੇ ਮੈਨੂੰ ਕਿਹਾ ਕਿ ਗਿਆਨੀ ਜੀ ਤੁਸੀਂ ਅਖੰਡ ਪਾਠ ਦੇ ਸਮੇਂ ਤੇ ਹਾਜ਼ਰ ਹੋ। ਮੈਂ ਕਿਹਾ ਜੀ ਮੈਂ 3 ਦਿਨ ਤੇ ਨਹੀਂ ਰਹਿ ਸਕਦਾ, ਮੈਂ ਤੇ ਭੋਗ ਵਾਲੇ ਦਿਨ ਆ ਸਕਦਾ। ਕਹਿੰਦੇ ਨਹੀਂ ਤੁਸੀਂ ਭੋਗ ਵਾਲੇ ਦਿਨ ਵੀ ਆਓ ਤੇ ਆਰੰਭ ਵਾਲੇ ਦਿਨ ਵੀ ਆਓ। ਮੈਂ ਚਲਾ ਗਿਆ। ਜਦੋਂ ਮੈਂ ਪਹੁੰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਾ ਸੀ ਤੇ ਪਾਠੀ ਸਿੰਘ ਜਿਹੜੇ ਸਨ ਉਹ ਆਰਤੀ ਲਈ ਤਿਆਰੀ ਕਰ ਰਹੇ ਸਨ। ਥਾਲੀ ਵਿੱਚ ਦੀਵੇ ਦੂਵੇ ਬਣਾ ਕੇ ਤਿਆਰ ਹੋਏ ਬੈਠੇ। ਪਤਾ ਉਹਨਾਂ ਨੂੰ ਸੀ ਵੀ ਗਿਆਨੀ ਜੀ ਨੇ ਆਉਣਾ। ਜਦੋਂ ਮੈਂ ਪਹੁੰਚਿਆ, ਮੱਥਾ ਟੇਕਿਆ ਤੇ ਮੈਂ ਉਹਨਾਂ ਦੀ ਉਹ ਥਾਲੀ ਤੇ ਦੀਵੇ ਦੇਖ ਕੇ ਮੈਂ ਕਿਹਾ ਬਈ ਇਹ ਕੀ ਕੰਮ? ਕਹਿੰਦੇ ਇਹ ਨਹੀਂ ਕਰੀਦਾ। ਮੈਂ ਕਿਹਾ ਤੁਹਾਨੂੰ ਨਹੀਂ ਪਤਾ। ਖੈਰ ਉਹਨਾਂ ਨੇ ਉਹ ਥਾਲੀ ਦੀਵੇ ਇੱਕ ਪਾਸੇ ਰੱਖ ਦਿੱਤਾ। ਆਨੰਦ ਸਾਹਿਬ ਪੜ੍ਹਿਆ ਗਿਆ, ਅਰਦਾਸ ਹੋ ਗਈ, ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ। ਮੈਂ ਤਾਂ ਉੱਥੋਂ ਆ ਗਿਆ। ਭੋਗ ਵਾਲੇ ਦਿਨ ਮੈਂ ਕਿਸੇ ਕਾਰਨ ਥੋੜ੍ਹਾ ਲੇਟ ਹੋ ਗਿਆ, ਪਰ ਜਦੋਂ ਮੈਂ ਪਹੁੰਚਿਆ ਤੇ ਉਹ ਆਰਤੀ ਕਰ ਰਹੇ ਸਨ। ਹੁਣ ਮੈਂ ਲੜਾਈ ਤੇ ਕਰਨੀ ਨਹੀਂ ਸੀ। ਸਮਾਪਤੀ ਹੋ ਗਈ, ਕਥਾ ਹੋ ਗਈ, ਮੈਂ ਖੜਾ ਹੋ ਗਿਆ। ਮੈਂ ਆਰਤੀ ਦੀ ਸਾਰੀ ਪਿਛੋਕੜ ਵਿਆਖਿਆ ਸੁਣਾ ਦਿੱਤੀ। ਨਾਲੇ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਉਹਦੀ ਵਿਆਖਿਆ ਕਰਦੀ। ਤੋ ਜਿਹੜੀ ਪਬਲਿਕ ਬੈਠੀ ਸੀ ਉਹਨਾਂ ਵਿੱਚ ਸਿੱਖ ਤੇ ਬੜੇ ਘੱਟ ਸਨ। ਇੱਕ ਸਿੱਖ ਕੋਈ ਪਟਿਆਲੇ ਦਾ ਸੀ। कहने लगा बाबा जी हम तो अनपढ़ हैं, पर एक बात समझ में आई है कि तुम्हारे दोनों में से एक गलत है, या आरती करने वाले गलत हैं या आप गलत। देखो असी इस तरह गुरु नानक देव जी की फिलोसफी दी खिल्ली आप ही उड़ा रहे हैं। तो गुरु नानक पातशाह का उपदेश तो अज भी साडे लई उसे जिवें उस खतरी नूं कहा छोड़ी ले पाखंडा, मेरी अज दे इहो जे सिखां नूं अपील है, जे तुसी गुरु नानक दे सिख हो ते पखंड ना करो। उन्हें कहा जी फिर मेरा भला किवें होवेगा?
ਪਾਤਸ਼ਾਹ ਨੇ ਕਿਹਾ ਨਾਮ ਲਿਆ ਜਾਹੇ ਤਰਨ ਦਾ। ਨਾਮ ਲਿਆ, ਪਰਮਾਤਮਾ ਦੇ ਨਾਮ ਸਿਮਰਨ ਕਰਨ ਕਰਕੇ ਤੂੰ ਸੰਸਾਰ ਸਾਗਰ ਤੋਂ ਤਰ ਸਕਦਾ, ਹੋਰ ਕੋਈ ਤਰੀਕਾ ਨਹੀਂ। ਦੇਖੋ ਭਾਈ, ਜਿਹੜੇ ਗੁਰੂ ਕੇ ਸਿੱਖ ਨੇ, ਠੀਕ ਹੈ, ਉਹਨਾਂ ਨੂੰ ਕਈ ਵਾਰੀ ਹਾਕਮਾਂ ਦੇ ਤਹਿਤ ਕਈ ਗੱਲਾਂ ਕਰਨੀਆਂ ਪੈਂਦੀਆਂ, ਪਰ ਯਾਦ ਰੱਖੋ, ਜੇ ਤੁਸੀਂ ਸੱਚੇ ਮਨੋਂ ਗੁਰੂ ਦੇ ਸਿੱਖ ਬਣ ਕੇ ਵਿਚਰੋਗੇ ਔਰ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦੀ ਸਮਝਾਈ ਦਿਓਗੇ ਤਾਂ ਤੁਹਾਡਾ ਭਲਾ ਹੋਵੇਗਾ। ਤੁਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣੋਗੇ। ਤੇ ਜੇ ਪਖੰਡੀ ਬਣ ਕੇ ਦਿਖਾਵਾ ਕਰੋਗੇ ਫਿਰ ਉਸੇ ਖੱਤਰੀ ਵਰਗਾ ਸਾਡਾ ਹਾਲ ਹੋਵੇਗਾ। तो महाराज ने ते फैसला कर दिता, छोड़ी ले पाखंडा नाम ले जाहे तरंदा। भाई संसार सागर तो ते ताई तरिया जा सकता जे पखंड छड्या जाए ते नाम जपिया जाए। वाहिगुरु जी का खालसा, वाहिगुरु जी की फतेह।